ਭਾਂਡਾ ਧੋਏ ਬੈਸ ਧੂਪ ਦੇਵਾ, ਤੋ ਦੂਧੈ ਕਉ ਜਾਵਾ। ਦੂਧ ਕਰਮ ਫੁਨ ਸੁਰਤ ਸਮਾਇਣ, ਹੋਏ ਨਿਰਾਸ ਜਮਾਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਅੱਜ ਆਪਾਂ ਰਾਗ ਸੂਹੀ ਦੇ ਵਿੱਚ ਪਹਿਲੇ ਪਾਤਸ਼ਾਹੀਆਂ ਦਾ ਸ਼ਬਦ ਵਿਚਾਰਾਂਗੇ। ਸਾਰੀ ਸੰਗਤ ਮਨ ਚਿੱਤ ਬੁੱਧ ਨੂੰ ਇਕਾਗਰ ਕਰੋ ਅਤੇ ਧਿਆਨ ਨਾਲ ਸਰਵਣ ਕਰਨਾ ਕਰੋ ਜੀ। ਅੱਜ ਆਪਾਂ ਅੰਗ ਨੰਬਰ 728 ਤੇ ਵਿਚਾਰ ਕਰ ਰਹੇ ਹਾਂ। ਸਾਰੀ ਸੰਗਤ ਮਨ ਚਿੱਤ ਬੁੱਧ ਨੂੰ ਇਕਾਗਰ ਕਰੋ ਅਤੇ ਧਿਆਨ ਨਾਲ ਸਰਵਣ ਕਰਨਾ ਕਰੋ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਰਾਗ ਸੂਹੀ ਮਹੱਲਾ ਪਹਿਲਾ, ਚੌਪਦੇ ਘਰ ਪਹਿਲਾ। ਇੱਕ ਓੰਕਾਰ ਦਾ ਪ੍ਰਕਾਸ਼ਕ, ਨਾਸ਼ ਤੋਂ ਰਹਿਤ, ਪ੍ਰਸਿੱਧ ਦਾਤਾ, ਸ੍ਰਿਸ਼ਟੀ ਦਾ ਕਰਨਹਾਰ, ਵਿਆਪਕ, ਡਰ ਤੋਂ ਰਹਿਤ, ਨਿਰਵੈਰ, ਵੈਰ ਤੋਂ ਰਹਿਤ, ਅਕਾਲ, ਕਾਲ ਤੋਂ ਰਹਿਤ, ਮੂਰਤ, ਸਰੂਪ ਉਸਦਾ ਕਾਲ ਰਹਿਤ ਸਰੂਪ ਹੈ, ਜੂਨਾਂ ਤੋਂ ਰਹਿਤ, ਸੁਤੇ ਪ੍ਰਕਾਸ਼ ਦਾ, ਚੇਤਨ ਪ੍ਰਸਾਦ, ਆਨੰਦ ਸਰੂਪ, ਗੁਰਪ੍ਰਸਾਦ, ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਸੂਹੀ ਰਾਗਣੀ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ 4 ਪਦਿਆਂ ਵਾਲਾ ਰਾਗ ਪਹਿਲੇ ਸੁਰਤਾਲ ਭਾਵ ਰਾਗ ਕੇ ਪਹਿਲੇ ਸੁਰਤਾਲ ਵਿੱਚ ਉਚਾਰਨ ਕੀਤਾ ਹੋਇਆ ਹੈ। ਇੱਕ ਵਾਰ ਪਹਿਲੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੋਲ ਕੁਝ ਸਿੱਧ ਪੁਰਸ਼ ਪਹੁੰਚੇ ਜੋ ਯੋਗ ਮਾਰਗ ਦੁਆਰਾ ਪ੍ਰਮਾਤਮਾ ਦੀ ਪ੍ਰਾਪਤੀ ਤੋਂ ਨਿਰਾਸ਼ ਹੋ ਚੁੱਕੇ ਸਨ। ਇਹ ਵਿਚਾਰ ਕਰਕੇ ਕਿ ਗੁਰੂ ਸਾਹਿਬ ਤੋਂ ਪ੍ਰਭੂ ਪ੍ਰਾਪਤੀ ਦਾ ਸੌਖਾ ਮਾਰਗ ਪੁੱਛੀਏ, ਜਿਸ ਦੁਆਰਾ ਉਹ ਆਪਣੇ ਸਿੱਖਾਂ ਨੂੰ ਪ੍ਰਭੂ ਦੀ ਪ੍ਰਾਪਤੀ ਕਰਵਾ ਕੇ ਸੰਸਾਰ ਸਮੁੰਦਰ ਤੋਂ ਤਾਰਦੇ ਹਨ। ਸਤਿਗੁਰੂ ਜੀ ਨੂੰ ਨਮਸਕਾਰ ਕਰਦੇ ਭਾਵਨਾ ਸਹਿਤ ਜਗਿਆਸਾ ਪ੍ਰਗਟਾਉਂਦਿਆਂ ਬੇਨਤੀ ਕੀਤੀ, ਮਹਾਰਾਜ ਜੀ, ਜੋ ਅਸੀਂ ਉਪਦੇਸ਼ ਸਿੱਖਿਆ ਸੁਣਦੇ ਹਾਂ ਉਹ ਸਾਡੇ ਹਿਰਦੇ ਵਿੱਚ ਬਹੁਤੀ ਦੇਰ ਤੱਕ ਠਹਿਰਦਾ ਨਹੀਂ ਹੈ। ਇਸ ਦਾ ਕੀ ਕਾਰਨ ਹੈ? ਤਾਂ ਸਤਿਗੁਰੂ ਜੀ ਨੇ ਕਿਹਾ, ਅੰਤਸ਼ਕਰਣ ਵਿੱਚ 3 ਦੋਸ਼ ਮਾਲ ਵਿਖੇਪ ਅਵਾਰਣ ਹਨ। ਇਹਨਾਂ ਦੋਸ਼ਾਂ ਦੇ ਕਾਰਨ ਗੁਰ ਉਪਦੇਸ਼ ਹਿਰਦੇ ਵਿੱਚ ਨਹੀਂ ਠਹਿਰਦਾ। ਜਦੋਂ ਸਿੱਧਾ ਨਾਲ ਵਾਰਤਾ ਹੋ ਰਹੀ ਸੀ ਉਦੋਂ ਕੁਝ ਗੁਰਸਿੱਖ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਬੈਠੇ ਸਨ। ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ, ਸਾਡੀ ਹਾਲਤ ਵੀ ਇਹਨਾਂ ਸਿੱਧਾਂ ਵਰਗੀ ਹੈ, ਆਪ ਕਿਰਪਾ ਕਰੋ, ਦੱਸੋ ਕਿ ਇਹਨਾਂ ਦੋਸ਼ਾਂ ਦੀ ਨਿਵਰਤੀ ਕਿਸ ਤਰ੍ਹਾਂ ਹੋ ਸਕਦੀ ਹੈ। ਸਤਿਗੁਰੂ ਜੀ ਨੇ ਉਹਨਾਂ ਨੂੰ ਦੱਸਣਾ ਕੀਤਾ। ਉਹ ਇਸ ਮੁੱਖ ਵਾਕ ਦੇ ਰੂਪ ਵਿੱਚ ਸੁਸ਼ੋਭਿਤ ਹੈ। ਇੱਥੇ ਰੂਪਕ ਅਲੰਕਾਰ ਦੁਆਰਾ ਉਪਦੇਸ਼ ਦਿੰਦੇ ਹਨ। ਦੁੱਧ ਜਮਾਉਣ ਦੇ ਤਰੀਕੇ ਨੂੰ ਅੰਤਰੀਵ ਭਾਵ ਵਿੱਚ ਲੈ ਕੇ ਸੌਖੇ ਤਰੀਕੇ ਨਾਲ ਹਿਰਦੇ ਵਿੱਚ ਨਾਮ ਵਸਾਉਣ ਦੀ ਯੁਗਤੀ ਦੱਸਦੇ ਹਨ। ਜਿਵੇਂ ਦੁੱਧ ਜਮਾਉਣ ਤੋਂ ਪਹਿਲਾਂ ਪੁਰਾਤਨ ਸਮੇਂ ਵਿੱਚ ਦੁੱਧ ਜਮਾਉਣ ਵਾਲੇ ਭਾਂਡੇ ਨੂੰ ਚੰਗੀ ਤਰ੍ਹਾਂ ਧੋ ਸਵਾਰ ਕੇ ਧੁੱਪ ਵਿੱਚ ਸੁਕਾ ਕਰਕੇ ਫਿਰ ਸੁਗੰਧੀ ਵਾਲੀ ਧੂਫ ਇਸ ਲਈ ਦਿੰਦੇ ਸਨ ਕਿ ਘਿਓ ਵਿੱਚੋਂ ਸੁਗੰਧੀ ਆਵੇ। ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੂਧੈ ਕਉ ਜਾਵਹੁ। ਭਾਂਡਾ ਭਾਵ ਪਾਤਰ ਭਾਵ ਬਰਤਨ, ਅੰਤਸਕਰਨ ਰੂਪ ਭਾਂਡੇ ਨੂੰ ਵਾਸ਼ਨਾ ਤੋਂ ਰਹਿਤ ਕਰਨ ਰੂਪ ਧੋਣਾ ਕਰੋ। ਨਿਸ਼ਕਾਮ ਕਰਮਾ ਰੂਪੀ ਜਲ ਨਾਲ ਧੋਣਾ ਕਰੋ ਅਤੇ ਬੈਸ ਧੂਪ ਦੇਵੋ ਭਾਵ ਸ਼ੁਭ ਵਾਸ਼ਨਾ ਧਾਰਨ ਕਰਨ ਰੂਪ ਧੂਪ ਦੇਣੀ ਕਰੋ।
ਫਿਰ ਗੁਰੂ ਉਪਦੇਸ਼ ਰੂਪ ਦੁੱਧ ਨੂੰ ਲੈਣ ਵਾਸਤੇ ਜਾਣਾ ਕਰੋ। ਉੱਪਰਲੀ ਤੁਕ ਵਿੱਚ ਜੋ ਸਤਿਗੁਰੂ ਜੀ ਨੇ ਭਾਂਡੇ ਦਾ ਪ੍ਰਮਾਣ ਦੇ ਕਰਕੇ ਸਮਝਾਇਆ ਕਿ ਸਤਿਗੁਰੂ ਜੀ ਨੇ ਇਸ ਇਸ਼ਾਰੇ ਨੂੰ ਸਮਝਣ ਦੀ ਲੋੜ ਹੈ। ਸੰਸਾਰ ਵਿੱਚ ਜਿਹੋ ਜਿਹੀ ਵਸਤੂ ਹੁੰਦੀ ਹੈ ਉਸ ਨੂੰ ਸੰਭਾਲਣ ਲਈ ਉਹੋ ਜਿਹਾ ਹੀ ਭਾਂਡਾ ਹੋਇਆ ਕਰਦਾ ਹੈ। ਭਾਂਡਿਆਂ ਦੀਆਂ ਬਹੁਤ ਕਿਸਮਾਂ ਹਨ। ਸੋਨੇ ਚਾਂਦੀ ਦੇ ਭਾਂਡੇ, ਮਿੱਟੀ ਪੱਥਰ ਦੇ ਭਾਂਡੇ, ਲੋਹੇ ਦੇ ਬਰਤਨ, ਤਾਂਬੇ ਪਿੱਤਲ ਦੇ ਬਰਤਨ, ਸਾਧ ਸੰਗਤ ਬਹੁਤ ਤਰ੍ਹਾਂ ਦੇ ਬਰਤਨ ਹੋਇਆ ਕਰਦੇ ਹਨ। ਇਹ ਸਭ ਖਾਣ ਪੀਣ ਵਾਲੇ ਪਦਾਰਥ ਨੂੰ ਸੰਭਾਲਣ ਲਈ ਵਰਤੀਦੇ ਹਨ। ਬਰਤਨ ਤੋਂ ਬਿਨਾਂ ਚੰਗੇ ਤੋਂ ਚੰਗੇ ਪਦਾਰਥ ਵੀ ਮਨੁੱਖ ਨੂੰ ਖਾਣੇ ਪੀਣੇ ਮੁਸ਼ਕਿਲ ਹਨ। ਭਾਵ ਖਾਧੇ ਪੀਤੇ ਨਹੀਂ ਸਨ ਜਾਂਦੇ। ਪਰਮਾਰਥੀ ਦੁਨੀਆ ਵਿੱਚ ਸਿੱਖ ਲਈ ਗੁਰੂ ਦਾ ਉਪਦੇਸ਼ ਹੀ ਅਸਲੀ ਰੂਹਾਨੀਅਤ ਖੁਰਾਕ ਹੈ। ਮਨੁੱਖ ਦੇ ਕੋਲ ਭਾਂਡਾ ਭਾਵੇਂ ਸੋਨੇ ਚਾਂਦੀ ਦਾ ਹੋਵੇ, ਪਰ ਜੇ ਉਹ ਗੰਦਾ ਮਲੀਨ ਹੈ ਤਾਂ ਉਸ ਵਿੱਚ ਦੁੱਧ ਪਾ ਕੇ ਪੀਤਾ ਨਹੀਂ ਜਾ ਸਕਦਾ। ਜੇ ਦੁੱਧ ਪਾ ਵੀ ਲਈਏ ਤਾਂ ਉਹ ਪੀਣ ਯੋਗ ਨਹੀਂ ਰਹੇਗਾ। ਇਸ ਲਈ ਭਾਂਡੇ ਨੂੰ ਸ਼ੁੱਧ ਪਵਿੱਤਰ ਕਰਕੇ ਹੀ ਵਿੱਚ ਦੁੱਧ ਪਾਉਣਾ ਕਰੋ। ਸੰਸਾਰ ਦੀ ਰਹੁ ਰੀਤ ਹੈ। ਇਸ ਗੱਲ ਦਾ ਪ੍ਰਮਾਣ ਦੇ ਕੇ ਸਤਿਗੁਰੂ ਜੀ ਉਪਰੋਕਤ ਤੁਕ ਵਿੱਚ ਬਰਤਨ ਤੇ ਵਸਤੂ ਦਾ ਵਿਚਾਰ ਦਿੰਦੇ ਹਨ। ਹੇ ਸਿੱਖ, ਤੇਰੇ ਕੋਲ ਅੰਤਿਸ਼ਕਰਨ ਰੂਪ ਭਾਂਡਾ ਤਾਂ ਹੈ, ਪਰ ਭਾਂਡਾ ਅਤਿਅੰਤ ਮਲੀਨਤਾ ਦਾ ਪ੍ਰਾਪਤ ਹੈ। ਭਾਂਡਾ ਆਤਮਲੀਨ ਧੋਤਾ ਹੱਛਾ ਨਾ ਹੋਏ ਸੀ। ਇਹ ਭਾਂਡਾ ਤੀਰਥਾਂ ਦੇ ਜਲ ਨਾਲ ਧੋਤਾ ਹੋਇਆ ਸ਼ੁੱਧ ਨਹੀਂ ਹੋ ਸਕਦਾ। ਇਹ ਸਤਿਗੁਰਾਂ ਦੀ ਦੱਸੀ ਹੋਈ ਜੁਗਤ ਦੁਆਰਾ ਹੀ ਸ਼ੁੱਧ ਹੋ ਸਕਦਾ। ਅੰਤਿਸ਼ਕਰਨ ਰੂਪ ਭਾਂਡੇ ਵਿੱਚ 3 ਦੋਸ਼ ਹਨ, ਜਿਨ੍ਹਾਂ ਕਰਕੇ ਇਹ ਅਤੀ ਦਰਜੇ ਦਾ ਮਲੀਨ ਹੋਇਆ ਹੈ, ਅਤੀ ਦਰਜੇ ਦਾ ਮਲੀਨ ਮੰਨਿਆ ਹੈ। 3 ਦੋਸ਼ ਮਲ, ਵਿਖੇਪ ਅਤੇ ਅਵਰਣ। ਮਲ ਦੋਸ਼ ਉਸ ਨੂੰ ਕਹਿੰਦੇ ਹਨ ਜੋ ਜਨਮਾਂ ਜਨਮਾਂਤਰਾਂ ਦੇ ਕੀਤੇ ਬੁਰੇ ਕਰਮ, ਉਹਨਾਂ ਪਾਪ ਕਰਮਾਂ ਦੀ ਮੈਲ ਭਾਵੇਂ ਅੱਖਾਂ ਨੂੰ ਤਾਂ ਨਹੀਂ ਦਿਸਦੀ, ਪਰ ਕੋਈ ਇੱਕ ਮਨੁੱਖ ਦੂਜੇ ਮਨੁੱਖ ਨੂੰ ਦੇਖ ਕੇ ਦੱਸ ਸਕਦਾ ਹੈ ਕਿ ਤੇਰਾ ਅੰਤਿਸ਼ਕਰਨ ਕਿਤਨਾ ਕੁ ਮਲੀਨ ਹੈ। ਕਿਉਂਕਿ ਅਸਥੂਲ ਵਸਤੂ ਨੂੰ ਨੇਤਰ ਦੇਖ ਸਕਦੇ ਹਨ ਅਤੇ ਅਸਥੂਲ ਵਸਤੂ ਦੀ ਮੈਲ ਨੂੰ ਦੇਖ ਕੇ ਪਹਿਚਾਣ ਸਕਦੇ ਹਨ ਕਿ ਇਹ ਵਸਤੂ ਮੈਲੀ ਹੈ। ਅੰਤਿਸ਼ਕਰਨ ਸੂਖਮ ਹੈ ਤੇ ਇਸ ਦੀ ਮੈਲ ਵੀ ਸੂਖਮ ਹੈ, ਜੋ ਨੇਤਰਾਂ ਦਾ ਵਿਸ਼ਾ ਨਹੀਂ। ਉਸ ਨੂੰ ਵਿਚਾਰ ਰੂਪ ਨੇਤਰੀ ਦੇਖ ਸਕਦੇ ਹਨ। ਜਦੋਂ ਮਨ ਹਰ ਵਕਤ ਬੁਰਾਈ ਸੋਚਦਾ ਰਹੇ, ਵਿਸ਼ੇ ਵਿਕਾਰ ਵੱਲ ਦੌੜਦਾ ਰਹੇ, ਤਾਂ ਸਮਝੋ ਕਿ ਜਨਮਾਂ ਜਨਮਾਂਤਰਾਂ ਦੀ ਅਤਿਅੰਤ ਮੈਲ ਅੰਤਿਸ਼ਕਰਨ ਵਿੱਚ ਪਈ ਹੈ। ਇਸ ਨੂੰ ਮਲ ਦੋਸ਼ ਕਿਹਾ ਹੈ। ਇਸ ਦੀ ਨਿਵਰਤੀ ਨਿਸ਼ਕਾਮ ਕਰਮਾਂ ਦੁਆਰਾ ਮੰਨੀ ਹੈ। ਨਿਸ਼ਕਾਮ ਕਰਮਾਂ ਦੁਆਰਾ ਜਦੋਂ ਇਸ ਦੋਸ਼ ਤੋਂ ਛੁਟਕਾਰਾ ਮਿਲ ਜਾਂਦਾ ਹੈ ਤਾਂ ਬੁਰੇ ਖਿਆਲ ਸੋਚਣ ਤੋਂ ਹਟ ਜਾਂਦਾ ਹੈ। ਮਲ ਵਿਖੇਪ ਦੋਸ਼ ਕਾਰਨ ਦੌੜਨ ਤੋਂ ਨਹੀਂ ਹਟਦਾ। ਸਿਰਫ ਫਰਕ ਇਤਨਾ ਕਿ ਪੈਂਦਾ ਹੈ ਕਿ ਮਲ ਦੋਸ਼ ਕਾਰਨ ਬੁਰੇ ਪਾਸੇ ਨੂੰ ਦੌੜਦਾ ਹੈ। ਹੁਣ ਦੌੜਦਾ ਤਾਂ ਹੈ, ਪਰ ਕਿਸੇ ਦੀ ਬੁਰਾਈ ਵਿੱਚ ਨਹੀਂ, ਆਪਣੀ ਭਲਾਈ ਵਿੱਚ ਦੌੜ ਰਿਹਾ। ਕਿਸੇ ਦੀ ਮਾਇਆ ਖੋਹਣ ਲਈ ਨਹੀਂ, ਪਰ ਮਾਇਆ ਦੀ ਪ੍ਰਾਪਤੀ ਲਈ ਦੌੜ ਰਿਹਾ ਹੈ। ਇਸ ਨੂੰ ਵਿਖੇਪ ਦੋਸ਼ ਕਹਿੰਦੇ ਹਨ। ਇਸ ਦੀ ਨਿਵਰਤੀ ਉਪਾਸਨਾ ਦੁਆਰਾ ਮੰਨੀ ਹੈ। ਉਪਾਸਨਾ ਵਿੱਚ 2 ਚੀਜ਼ਾਂ ਇਕੱਠੀਆਂ ਹਨ, ਜੈਸਾ ਕਿ ਦੰਪਤੀ ਸ਼ਬਦ ਵਿੱਚ ਪਤੀ ਪਤਨੀ ਦਾ ਭਾਵ ਹੈ। ਇਸੇ ਤਰ੍ਹਾਂ ਉਪਾਸਨਾ ਵਿੱਚ ਸਿਮਰਨ ਤੇ ਧਿਆਨ ਦਾ ਭਾਵ ਹੈ। ਦੋਨਾਂ ਇਕੱਠਿਆਂ ਨੂੰ ਉਪਾਸਨਾ ਕਹੀਦਾ ਹੈ, ਅਥਵਾ ਉਪ ਪਲਸ ਆਸਨ। ਆਸਨ ਉਪ ਮਤਲਬ ਸਮੀਪ, ਆਸਨ ਇਸਤਰੀ। ਆਪਣੇ ਇਸ਼ਟ ਦੇਵ ਦੇ ਧਿਆਨ ਦੁਆਰਾ, ਨੇੜੇ ਸ਼ਬਦ ਦੇ ਧਿਆਨ ਦੁਆਰਾ ਸ਼ਬਦ ਦੇ ਨੇੜੇ ਟਿਕਣਾ, ਇਸ ਨੂੰ ਉਪਾਸਨਾ ਕਹਿੰਦੇ ਹਨ। ਤੀਸਰਾ ਦੋਸ਼ ਅਵਾਰਣ ਹੈ। ਅਗਿਆਨ ਦੀਆਂ 2 ਸ਼ਕਤੀਆਂ ਹਨ, ਇੱਕ ਅਸਤਰਾਪਾਦਕ ਅਤੇ ਦੂਜੀ ਅਬਾਨਾਪਾਦਕ। ਇਹਨਾਂ ਦੋਨਾਂ ਨੂੰ ਅਵਾਰਣ ਕਹਿੰਦੇ ਹਨ। ਵਸਤੂ ਨਹੀਂ ਐਸੀ ਪ੍ਰਤੀਤ ਕਰਾਉਣ ਵਾਲੀ ਸ਼ਕਤੀ ਨੂੰ ਅਸਤਵਾਪਾਦਕ ਕਹਿੰਦੇ ਹਨ ਅਤੇ ਵਸਤੂ ਦਾ ਭਾਨ ਨਹੀਂ ਹੁੰਦਾ ਐਸੇ ਪ੍ਰਤੀਤ ਕਰਾਉਣ ਵਾਲੀ ਅਗਿਆਨ ਦੀ ਸ਼ਕਤੀ ਨੂੰ ਅਬਾਨਪਾਦਕ ਕਹਿੰਦੇ ਹਨ। ਇਸ ਰੀਤ ਨਾਲ ਬ੍ਰਹਮ ਨਹੀਂ ਹੈ। ਇਸ ਵਿਵਹਾਰ ਕਾਰਨ ਅਗਿਆਨ ਦੀ ਅਸਤਪਾਦਕ ਸ਼ਕਤੀ ਹੈ ਅਤੇ ਬ੍ਰਹਮਪਾਨ ਪ੍ਰਤੀਤ ਨਹੀਂ ਹੁੰਦਾ। ਇਸ ਵਿਵਹਾਰ ਦਾ ਕਾਰਨ ਅਗਿਆਨ ਦੀ
ਅਸਤਵਾ ਪਾਦਕ ਸ਼ਕਤੀ ਹੈ। ਦੋਨਾਂ ਦਾ ਨਾਮ ਵਰਣ ਹੈ। ਇਸ ਦੀ ਨਿਵਰਤੀ ਗਿਆਨ ਦੁਆਰਾ ਹੈ। ਗਿਆਨ ਦਾ ਅਧਿਕਾਰੀ ਉਹ ਜਗਿਆਸੂ ਹੈ ਜਿਸ ਦੇ ਹਿਰਦੇ ਵਿੱਚ ਮਲ ਵਿਖੇਪ ਦੀ ਨਿਵਰਤੀ ਹੋ ਚੁੱਕੀ ਹੈ। ਕੇਵਲ ਅਵਰਨ ਬਾਕੀ ਹੈ ਤੇ 4 ਸਾਧਨ ਵੈਰਾਗ, ਵਿਵੇਕ, ਖਟ ਸੰਪਤੀ, ਮੋਖ ਇੱਛਾ ਦੇ ਸਹਿਤ ਹੋਵੇ। ਮਲ ਵਿਛੇਪ ਜਾ ਕੇ ਨਹੀਂ ਕਿੰਤੇ ਇੱਕ ਅਗਿਆਨ ਹੋਵੈ ਚਵ ਸਾਧਨ ਸਹਿਤ ਨਰਸੋ ਅਧਿਕ੍ਰਿਤ ਮਤ ਮਾਨ। ਵਿਚਾਰ ਸਾਗਰ ਵਿੱਚ ਤਰੰਗ ਪਹਿਲੇ ਦੇ ਵਿੱਚ ਇਹ ਫਰਮਾਨ ਆਇਆ ਹੈ। ਇਸ ਪ੍ਰਕਾਰ ਜਦੋਂ 3 ਦੋਸ਼ਾਂ ਦੀ ਨਿਵਰਤੀ ਹੋਣ ਰੂਪ ਅੰਤਿਸ਼ਕਰਨ ਦੀ ਮੈਲ ਧੋਤੀ ਗਈ ਤੇ ਸ਼ੁੱਧ ਹੋ ਗਿਆ, ਫਿਰ ਦੁੱਧੈ ਕੋ ਜਾਵੋ। ਗੁਰੂ ਉਪਦੇਸ਼ ਰੂਪ ਵਿੱਚ ਦੁੱਧ ਲੈਣ ਵਾਸਤੇ ਜਾਣਾ ਕਰੋ ਜੀ। ਦੂਧ ਕਰਮ ਫੁਨ ਸੁਰਤ ਸਮਾਇਣ, ਹੋਏ ਨਿਰਾਸ਼ ਜਮਾਵੋ। ਗੁਰੂ ਉਪਦੇਸ਼ ਰੂਪ ਦੁੱਧ ਨੂੰ ਜੋ ਕਮਾਉਣਾ ਹੈ, ਇਹ ਕਾੜਨਾ ਹੈ। ਫਿਰ ਸੁਰਤ ਸ੍ਰੇਸ਼ਟ ਪ੍ਰੀਤੀ ਕਰਨੀ, ਗਿਆਤ ਕਰਕੇ ਜਿਹੜੀ ਚਿੱਤ ਦੀ ਇਕਾਗਰਤਾ ਕਰਨੀ, ਇਹੀ ਜਾਗ ਲਾਉਣਾ ਹੈ। ਸੋ ਪਦਾਰਥਾਂ ਵੱਲੋਂ ਨਿਰਾਸ਼ ਹੋਣਾ ਹੈ, ਇਹੀ ਜਮਾਉਣਾ ਕਰੋ। ਜਿਵੇਂ ਪ੍ਰਤੱਖ ਦੁੱਧ ਨੂੰ ਜਮਾਉਣ ਲੱਗਿਆਂ ਕੁੱਤੇ ਬਿੱਲੀਆਂ ਤੋਂ ਰਾਖੀ ਕਰਨੀ ਪੈਂਦੀ। ਅੰਤਰੀ ਭਾਵ ਚ ਲੋਕ ਰੂਪੀ ਕੁੱਤਾ ਤੇ ਲੋਭ ਦੀ ਬਿਰਤੀ ਰੂਪ ਬਿੱਲੀ ਹੈ। ਇਹਨਾਂ ਤੋਂ ਰਾਖੀ ਨਾ ਕੀਤੀ ਜਾਵੇ ਤਾਂ ਗੁਰੂ ਉਪਦੇਸ਼ ਰੂਪੀ ਦੁੱਧ ਬਿਸਰਨ ਰੂਪ ਡੁੱਲ ਜਾਂਦਾ ਹੈ। ਇਹਨਾਂ ਤੋਂ ਰੱਖਿਆ ਕਰਨ ਲਈ ਹਜ਼ੂਰ ਫਰਮਾਉਂਦੇ ਹਨ, ਜਪੋ ਤਾ ਏਕੋ ਨਾਮਾ, ਅਵਰ ਨਿਰਾਫਲ ਕਾਮਾ। ਰਹਾਉ। ਇੱਕ ਨਾਮ ਨੂੰ ਜਪਣਾ ਕਰੋ ਤਾਂ ਹੀ ਗੁਰੂ ਉਪਦੇਸ਼ ਰੂਪੀ ਦੁੱਧ ਦੀ ਰੱਖਿਆ ਹੋਵੇਗੀ। ਰੱਖਿਆ ਕਰਨ ਲਈ ਹੋਰ ਕਰਮ ਨਿਸਫਲ ਹਨ। ਇਹ ਮਨ ਈਟੇ ਹਾਥ ਕਰੋ, ਫੁਨ ਨੇਤਰੋ ਨੀਂਦ ਨਾ ਆਵੈ। ਬੁੱਧ ਰੂਪ ਚਾਟੀ ਤੇ ਬਿਰਤੀ ਰੂਪ ਮਧਾਣੀ ਹੈ। ਮਨ ਚਿੱਤ ਨੂੰ ਆਪਣੇ ਅਧੀਨਤਾ ਕਰਨਾ। ਇਹ ਗੁਲੀਆ ਕਰੋ। ਲੱਕੜ ਦੀ ਗੁੱਲੀ ਜੋ 5 ਇੰਚ ਲੰਮੀ ਤੇ 1.5 ਇੰਚ ਮੱਧ ਭਾਗ ਤੋਂ ਮੋਟੀ ਹੁੰਦੀ ਹੈ, ਇਸ ਨੂੰ ਈਟੀ ਕਹਿੰਦੇ ਹਨ। ਜੋ ਮਧਾਣੀ ਵਾਲੀ ਰੱਸੀ ਦੇ ਦੋਨੇ ਸਿਰਿਆਂ ਨੂੰ ਬੰਨੀ ਹੁੰਦੀ ਹੈ। ਫਿਰ ਪ੍ਰਤੱਖ ਭਜਨ ਸਿਮਰਨ ਕਰਦਿਆਂ ਨੀਂਦ ਨਾ ਆਉਣੀ। ਇਹ ਨੇਤਰੋ ਮਨ ਬੁੱਧ ਰੂਪ ਨੇਤਰਾਂ ਵਿੱਚ ਅਵਿਦਿਆ ਰੂਪ ਨੀਂਦ ਨਾ ਆਉਣੀ, ਇਹੀ ਨੇਤੀ ਹੈ। ਦਹੀਂ ਦੇ ਰਿੜਕਣ ਵਾਲੀ ਜੋ ਰੱਸੀ ਹੈ ਉਸ ਨੂੰ ਨੇਤਰਾ ਕਹਿੰਦੇ ਹਨ। ਉਸ ਦੇ ਦੋਹਾਂ ਸਿਰਿਆਂ ਨਾਲ ਗੁੱਲੀਆਂ ਬੱਝੀਆਂ ਰਹਿੰਦੀਆਂ ਹਨ। ਦਹੀਂ ਰਿੜਕਣ ਵੇਲੇ ਨੇਤਰਾ ਮਧਾਣੀ ਨੂੰ ਲਪੇਟ ਕੇ ਘੁਮਾਈਦਾ, ਜਿਸ ਤੋਂ ਮੱਖਣ ਨਿਕਲਦਾ ਹੈ। ਰਸਨਾ ਨਾਮ ਜਪੋ ਤਬ ਮਥਿਐ, ਨਿਵਿਦ ਅੰਮ੍ਰਿਤ ਪਾਵੋ। ਜੋ ਰਸਨਾ ਨਾਲ ਨਾਮ ਜਪਣਾ ਹੈ। ਰਸਨਾ ਤੇ ਜੀਭਾ ਇੱਕ ਦੇ ਹੀ 2 ਨਾਮ ਹਨ। ਸਾਧ ਸੰਗਤ, ਰਸ ਚਖਣ ਕਰਕੇ ਰਸਨਾ ਤੇ ਬੋਲਣ ਕਰਕੇ ਜੀਭਾ ਕਹੀਦੀ ਹੈ। ਇਸੇ ਹੀ ਦਹੀਂ ਦਾ ਰਿੜਕਣਾ ਹੈ। ਜਦੋਂ ਇਸ ਤਰ੍ਹਾਂ ਦੀ ਵਿਧੀ ਕਰੋਗੇ ਤਦੋਂ ਅੰਮ੍ਰਿਤ ਭਾਵ ਮੌਤ ਤੋਂ ਰਹਿਤ ਕਰਨ ਵਾਲੇ ਗਿਆਨ ਰੂਪ ਅੰਮ੍ਰਿਤ ਨੂੰ ਪਾਓਗੇ। ਆਤਮਿਕ ਆਨੰਦ ਰੂਪ ਮੱਖਣ ਨੂੰ ਤੁਸੀਂ ਪਾ ਲਵੋਗੇ। ਮਨ ਸੰਪਟ ਜਿਤ ਸਤ ਸਰ ਨਾਵਣ, ਭਾਵਨ ਪਾਤੀ ਤ੍ਰਿਪਤ ਕਰੇ। ਪ੍ਰਤੱਖ ਠਾਕੁਰ ਪੂਜਨ ਕਰਨ ਵਾਲਾ ਇੱਕ ਡੱਬਾ ਹੁੰਦਾ ਹੈ। ਭਾਵ ਮਨ ਨੂੰ ਜੋ ਜਿੱਤਣਾ ਹੈ ਇਹੋ ਹੀ ਡੱਬਾ ਹੈ। ਜਿਵੇਂ ਪ੍ਰਤੱਖ ਇਸ਼ਨਾਨ ਕਰਦੇ ਹਨ, ਤਿਵੇਂ ਸਤ ਸੰਤੋਖ ਆਦਿਕ ਸ਼ੁਭ ਗੁਣਾਂ ਦਾ ਸਰੋਵਰ ਸਤਸੰਗ ਗੁਰੂ ਜੀ ਹਨ। ਉਸ ਵਿੱਚ ਇਸ਼ਨਾਨ ਕਰਕੇ ਭਾਵਨਾ ਸ਼ਰਧਾ ਰੂਪੀ ਤੁਲਸੀ ਦੇ ਪੱਤਿਆਂ ਕਰਕੇ ਚੇਤਨ ਰੂਪ ਠਾਕੁਰ ਨੂੰ ਪ੍ਰਸੰਨ ਕਰੇ। ਮਨ ਦਾ ਸੰਕਲਪ ਮਾਰਨਾ, ਪਰਮੇਸ਼ਰ ਦਾ ਤ੍ਰਿਪਤ ਕਰਨਾ ਹੈ। ਪੂਜਾ ਪ੍ਰਾਣ ਸੇਵਕ ਜੇ ਸੇਵੇ, ਇਨ ਵਿਦ ਸਾਹਿਬ ਰਪਤ ਰਹੇ।
ਜੇ ਪ੍ਰਾਣਾਂ ਦੇ ਅਰਪਣ ਕਰਨੇ ਰੂਪ ਪੂਜਾ ਕਰੇ ਤੇ ਸੇਵਕ ਬਣ ਕੇ ਸੇਵਾ ਕਰਦਾ ਰਹੇ, ਜੋ ਸਵਾਸਾਂ ਨੂੰ ਨਾਮ ਤੋਂ ਬਿਨਾਂ ਵਿਅਰਥ ਨਾ ਜਾਣ ਦੇਣਾ, ਇਹੀ ਸੇਵਕ ਬਣ ਕੇ ਸੇਵਾ ਕਰਨੀ ਹੈ। ਜੇ ਸੇਵਕ ਬਣ ਕੇ ਪ੍ਰਾਣਾ ਪ੍ਰਯੰਤ ਭਾਵ ਅਖੀਰਲੇ ਸਵਾਸਾਂ ਤੱਕ ਸੇਵਾ ਕਰਨੇ ਰੂਪ ਪੂਜਾ ਕਰੇ ਤਾਂ ਇਸ ਵਿਧੀ ਕਰਕੇ ਜਿਗਿਆਸੂ ਪਰਮੇਸ਼ਰ ਦੇ ਆਨੰਦ ਨੂੰ ਭੋਗਦਾ ਰਹਿੰਦਾ ਹੈ। ਕਹਿ ਕਹਿ ਜਾਵੈ, ਤੁਮ ਸਾਰ ਅਵਰ ਨਾ ਕੋਈ। ਕਹੇ ਹੋਏ ਪ੍ਰਸੰਗਾਂ ਨੂੰ ਜਿਹੜੇ ਪਿੱਛੇ ਕਹਿੰਦੇ ਹਨ, ਭਾਵ ਮਰ ਖੱਪ ਗਏ ਹਨ, ਜਿਹੜੇ ਹੁਣ ਕਹਿੰਦੇ ਹਨ ਉਹ ਮਰ ਖੱਪ ਜਾਣਗੇ। ਜੋ ਪੁਰਸ਼ ਸਾਧਨਾ ਤੋਂ ਬਿਨਾਂ ਕਹਿੰਦੇ ਵੇਦਾਂ ਸ਼ਾਸਤਰਾਂ ਨੂੰ ਕਥਨ ਕਰਦੇ ਹਨ, ਉਹ ਕੇਵਲ ਮਾਇਆ ਦੀ ਪ੍ਰਾਪਤੀ ਵਾਸਤੇ ਕਹਿ ਕਹਿ ਕੇ ਉੱਠ ਜਾਂਦੇ ਹਨ। ਇਹ ਜੀਵ ਕਹੇ ਹੋਏ ਜੋ ਪ੍ਰਸੰਗ ਹਨ, ਕਹਿਣੇ ਵਾਲਾ ਹੋ ਕੇ ਉਹਨਾਂ ਦੇ ਕਹਿਣੇ ਵਿੱਚ ਜਾਂਦਾ ਹੈ, ਪਰ ਆਪ ਜੀ ਦੇ ਗੁਣ ਵਰਣਨ ਨਹੀਂ ਕਰ ਸਕਦਾ, ਕਿਉਂਕਿ ਆਪ ਵਰਗਾ ਹੋਰ ਕੋਈ ਨਹੀਂ ਹੈ। ਭਾਗਤਹੀਣ ਨਾਨਕ ਜਨ ਜੰਪੈ, ਹੌਸਲਾ ਹੀ ਸੱਚਾ ਸੋਈ। ਗੁਰੂ ਜੀ ਉਚਾਰਦੇ ਹਨ ਕਿ ਮੈਂ ਦੁਨੀਆ ਦੇ ਖਿਆਲ ਅੰਦਰ ਭਗਤੀ ਤੋਂ ਰਹਿਤ ਹਾਂ, ਮਨ ਕਰਕੇ ਮੈਂ ਉਸ ਸੱਚੇ ਨੂੰ ਸਲਾਹੁੰਦਾ ਹਾਂ। ਗੁਰੂ ਜੀ ਉਚਾਰਨ ਕਰਦੇ ਹਨ ਕਿ ਹੇ ਭਾਈ, ਤੁਸੀਂ ਇਸ ਤਰ੍ਹਾਂ ਕਹੋ ਕਿ ਹੇ ਪ੍ਰਭੂ, ਮੈਂ ਭਗਤੀ ਆਦਿਕ ਗੁਣਾ ਤੋਂ ਰਹਿਤ ਹਾਂ, ਪਰ ਆਪ ਜੀ ਦਾ ਜੋ ਸੱਚਾ ਨਾਮ ਹੈ ਉਸ ਨੂੰ ਸਲਾਹੁੰਦਾ ਹਾਂ। ਸੂਹੀ ਮਹੱਲਾ ਪਹਿਲਾ। ਇਹ ਅੰਮ੍ਰਿਤ ਬਚਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 729 ਅੰਗ ਤੇ ਸੂਹੀ ਰਾਗਣੀ ਵਿੱਚ ਅੰਕਿਤ ਹੈ, ਜਿਸ ਵਿੱਚ ਸਤਿਗੁਰੂ ਜੀ ਨੇ ਅੰਤःਕਰਨ ਰੂਪ ਭਾਂਡੇ ਦੀ ਸ਼ੁੱਧਤਾ ਦਾ ਉਪਦੇਸ਼ ਵਰਣਨ ਕੀਤਾ ਹੈ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ। ਉਹ ਭਾਂਡਾ ਅੰਤःਕਰਨ ਜਿਹੜਾ ਉਸ ਵਾਹਿਗੁਰੂ ਨੂੰ ਭਾਉਂਦਾ ਹੈ। ਇਸ ਤੁਕ ਵਿੱਚ ਸਤਿਗੁਰੂ ਜੀ ਦਾ ਇਹ ਸਿਧਾਂਤ ਹੈ ਕਿ ਉਹੀ ਅੰਤਸ਼ਕਰਨ ਪਵਿੱਤਰ ਹੋ ਸਕਦਾ ਹੈ ਜਿਸ ਦੇ ਨਿਸ਼ਕਾਮ ਕਰਮ ਕਰਨਾ ਕੀਤੇ ਹਨ। ਨਿਸ਼ਕਾਮ ਕਰਮ ਉਸ ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਕੋਈ ਜੀਵ ਕਰ ਨਹੀਂ ਸਕਦਾ। ਉਸ ਦੀ ਕਿਰਪਾ ਉਦੋਂ ਹੁੰਦੀ ਹੈ ਜਦੋਂ ਉਸ ਨੂੰ ਕਿਸੇ ਉੱਤੇ ਕਿਰਪਾ ਕਰਨੀ ਭਾ ਜਾਵੇ। ਕਰਮ ਸੋ ਕਰਮ ਕਰਾਏ ਆਪੇ, ਆਪੇ ਭਗਤ ਦ੍ਰਿੜਾਮ। ਇਸ ਲਈ ਇਸ ਜੀਵ ਦੇ ਹੱਥ ਵੱਸ ਕੁਝ ਨਹੀਂ ਹੈ। ਜਿਸ ਵਿੱਚ ਬੁਰਾ ਨਾ ਭਲਾ ਤੇ ਸ੍ਰੇਸ਼ਟ ਕਰਮ ਖੋਟੇ ਕਰਮ ਜੀਵ ਕਰਦਾ ਹੈ, ਪਰ ਇਸ ਦੀ ਪ੍ਰੇਰਨਾ ਜੀਵ ਨੂੰ ਪੂਰਬਲੇ ਸੰਸਕਾਰ ਅਨੁਸਾਰ ਹੁੰਦੀ ਹੈ। ਜਦੋਂ ਵਾਹਿਗੁਰੂ ਨੂੰ ਭਾ ਜਾਵੇ ਤਾਂ ਸਭ ਸੰਸਾਰ ਬਖਸ਼ ਕੇ ਨਿਸ਼ਕਾਮ ਸ੍ਰੇਸ਼ਟ ਕਰਮ ਕਰਵਾ ਲੈਂਦਾ ਹੈ, ਜਿਸ ਤੇ ਅੰਤःਕਰਨ ਦੀ ਸ਼ੁੱਧੀ ਹੋ ਕੇ ਗਿਆਨ ਦਾ ਅਧਿਕਾਰੀ ਬਣ ਜਾਂਦਾ ਹੈ, ਜਿਸ ਗਿਆਨ ਦੇ ਨਾਲ ਜੰਮਣ ਮਰਨ ਤੋਂ ਮੁਕਤ ਹੋ ਜਾਂਦਾ ਹੈ। ਇਸ ਲਈ ਸਤਿਗੁਰੂ ਜੀ ਉਚਾਰਨ ਕਰਦੇ ਹਨ, ਕਰਮ ਸੋ ਕਰਮ ਕਰਾਏ ਆਪੇ, ਕੀਮਤ ਕੌਣ ਅਪੇਵੇ। ਭਾਂਡਾ ਆਤਮਲੀਨ ਧੋਤਾ ਹੱਛਾ ਨਾ ਹੋਏ ਸੀ। ਜੋ ਅੰਤःਕਰਨ ਰੂਪੀ ਬਰਤਨ ਹੈ ਬਹੁਤਿਆਂ ਪਾਪਾਂ ਕਰਕੇ ਮਲੀਨ ਭਾਵ ਗੰਦਾ ਹੋ ਚੁੱਕਾ ਹੈ। ਗੁਰੂ ਦੀ ਨਿਸ਼ਕਾਮ ਸੇਵਾ ਤੋਂ ਬਿਨਾਂ ਉਹ ਅੰਤःਕਰਨ ਰੂਪ ਭਾਂਡਾ ਜੇ ਤੀਰਥਾਂ ਦੇ ਜਲ ਨਾਲ ਵੀ ਧੋਤਾ ਜਾਵੇ ਤਾਂ ਵੀ ਉਹ ਸ਼ੁੱਧ ਨਹੀਂ ਹੋਏਗਾ। ਉੱਪਰਲੀਆਂ ਦੋ ਤੁਕਾਂ ਵਿੱਚ ਸਤਿਗੁਰੂ ਜੀ ਨੇ ਭਾਂਡੇ ਦਾ ਪ੍ਰਮਾਣ ਇੱਥੇ ਦਿੱਤਾ ਹੈ। ਭਾਂਡਾ ਧੋਵੈ ਕੌਣ ਜੇ ਕੱਚਾ ਸਾਜਿਆ, ਧਾਤੂ ਪੰਜਰ ਲਾਏ ਕੂੜਾ ਪਾਜਿਆ। ਸਤਿਗੁਰਾਂ ਦੀ ਬਾਣੀ ਵਿੱਚ ਹੋਰ ਵੀ ਬਹੁਤ ਸਾਰੀਆਂ ਥਾਵਾਂ ਤੇ ਭਾਂਡੇ ਦਾ ਬਾਹਜ ਪ੍ਰਮਾਣ ਦੇ ਕੇ ਅੰਤਰੀ ਭਾਵ ਦੁਆਰਾ ਉਪਦੇਸ਼ ਬਖਸ਼ਿਆ, ਜੈਸਾ ਕਿ ਆਸਾ ਕੀ ਵਾਰ ਦੇ ਵਿੱਚ ਸਤਿਗੁਰੂ ਜੀ ਫਰਮਾਨ ਕਰਦੇ ਹਨ, ਆਪੇ ਭਾਂਡੇ ਸਾਜਿਅਨ ਆਪੇ ਪੂਰਨ ਦੇ, ਇਕ ਨੀ ਦੁੱਧ ਸਮਾਈਐ ਇਕ ਚੁੱਲ੍ਹੇ ਰਹਿਣ ਚੜੇ। ਆਪ ਹੀ ਵਾਹਿਗੁਰੂ ਨੇ ਸਰੀਰ ਅੰਤःਕਰਨ ਰੂਪੀ ਭਾਂਡੇ ਸਾਜੇ ਹਨ, ਆਪ ਹੀ ਉਹਨਾਂ ਨੂੰ ਪੂਰਨ ਤਾਈਂ ਦਿੰਦਾ ਹੈ, ਸ਼ੁਭ ਅਸ਼ੁਭ ਗੁਣਾ ਕਰਕੇ, ਸੁੱਖ ਦੁੱਖ ਕਰਕੇ।
ਇੱਕ ਅੰਤःਕਰਨ ਰੂਪ ਭਾਂਡੇ ਵਿੱਚ ਸੁਖ ਰੂਪ ਦੁੱਧ ਸਮਾ ਰਿਹਾ ਹੈ ਤੇ ਇੱਕ ਅੰਤःਕਰਨ ਰੂਪ ਭਾਂਡੇ ਕ੍ਰੋਧ ਰੂਪ ਭਾਂਡੇ ਵਿੱਚ ਸੁਖ ਰੂਪ ਦੁੱਧ ਸਮਾ ਰਿਹਾ ਹੈ ਤੇ ਇੱਕ ਅੰਤःਕਰਨ ਰੂਪ ਭਾਂਡੇ ਚਿੰਤਾ ਕ੍ਰੋਧ ਰੂਪ ਚੁੱਲ੍ਹੇ ਉੱਪਰ ਸਦਾ ਚੜੇ ਰਹਿੰਦੇ ਹਨ, ਜਿਸ ਕਰਕੇ ਦੁੱਖ ਪਾ ਰਹੇ ਹਨ। ਇਸ ਕਰਕੇ ਗੁਰੂ ਰਾਮਦਾਸ ਜੀ ਨੇ ਐਸਾ ਸਿਧਾਂਤ ਵਰਣਨ ਕੀਤਾ ਹੈ ਕਿ हे ਮੇਰੇ ਵਾਹਿਗੁਰੂ, ਸਭ ਅੰਤःਕਰਨ ਰੂਪੀ ਭਾਂਡੇ ਤੂੰ ਹੀ ਸਾਜੇ ਹਨ ਅਤੇ ਗੁਣ ਰੂਪ ਵਸਤੂ ਆਪ ਜੀ ਦੀ ਹੀ ਹੈ, ਆਪ ਜੀ ਦੀ ਹੀ ਦਿੱਤੀ ਹੋਈ ਹੈ। ਜੈਸਾ ਕਿਸੇ ਜੀਵ ਨੂੰ ਗੁਣ ਸੁਭਾਅ ਬਖਸ਼ਿਆ ਹੈ, ਤੈਸਾ ਗੁਣ ਸੁਭਾਅ ਸੰਸਾਰ ਵਿੱਚ ਵਰਤ ਰਿਹਾ। ਸਭ ਭਾਂਡੇ ਤੁਧੈ ਸਾਜਿਆ, ਵਿੱਚ ਵਸਤ ਹਰ ਥਾਰਾ। ਜੋ ਪਾਵੈ ਭਾਂਡੇ ਵਿੱਚ ਵਸਾ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਹੋਰ ਕੋਈ ਜੀਵ ਕੀ ਕਰ ਸਕਦਾ ਹੈ, ਕਿਸੇ ਦਾ ਕੋਈ ਬਸ ਨਹੀਂ ਹੈ। ਜਿਵੇਂ ਘੁਮਿਆਰ ਭਾਂਡੇ ਤਿਆਰ ਕਰਦਾ ਹੈ, ਭਾਂਡੇ ਇੱਕੋ ਮਿੱਟੀ ਦੇ ਹਨ ਪਰ ਵਸਤੂਆਂ ਇੱਕੋ ਜਿਹੀਆਂ ਉਹਨਾਂ ਵਿੱਚ ਨਹੀਂ ਪੈਂਦੀਆਂ। ਜੈਸਾ ਕਿ ਕਥਨ ਹੈ, ਘੁਮਾਰਾ ਇੱਕ ਜੋ ਮਾਟੀ ਗੂੰਜੀ, ਬਹੁ ਵਿਦਵਾਨੀ ਲਾਈ। ਕਾਹੂ ਮਹਿ ਮੋਤੀ ਮੁਕਤਾਹਲ, ਕਾਹੂ ਵਿਆਦ ਲਗਾਈ। ਘੁਮਿਆਰ ਵੀ ਇੱਕੋ ਹੀ ਹੈ, ਮਿੱਟੀ ਵੀ ਇੱਕੋ ਹੀ ਥਾਂ ਤੇ ਗੁੰਨਦਾ ਹੈ। ਰੰਗਤ ਭਾਵ ਕੇ ਭਾਂਡਿਆਂ ਨੂੰ ਕਈ ਤਰ੍ਹਾਂ ਦੇ ਰੰਗ ਕੇ ਦਿੰਦਾ ਹੈ ਤੇ ਕਿਸੇ ਵਿੱਚ ਗਜ ਮੋਤੀ ਪਾਏ ਜਾਂਦੇ ਹਨ, ਕਿਸੇ ਵਿੱਚ ਵਿਸ਼ਟਾ ਗੰਦਗੀ ਮੂਤਰ ਆਦਿ ਨਿਕੰਮੀਆਂ ਚੀਜ਼ਾਂ ਪਾਈਆਂ ਜਾਂਦੀਆਂ ਹਨ। ਇਸ ਲਈ ਭਾਂਡਿਆਂ ਦਾ ਬਹੁਤ ਅੰਤਰਾ ਹੈ। ਇਸੇ ਤਰ੍ਹਾਂ ਅੰਤਿਸ਼ਕਰਨ ਰੂਪੀ ਭਾਂਡੇ ਇੱਕੋ ਹੀ ਸੂਖਮ ਤੱਤਾਂ ਦੇ ਬਣੇ ਹਨ। ਕਿਸੇ ਅੰਤःਕਰਨ ਵਿੱਚ ਸ਼ੁਭ ਗੁਣਾ ਰੂਪੀ ਮੋਤੀ ਔਰ ਕਿਸੇ ਵਿੱਚ ਵਿਸ਼ਿਆਂ ਦੇ ਭੋਗਣ ਦੀ ਵਾਸ਼ਨਾ, ਦੂਸਰੇ ਦਾ ਬੁਰਾ ਕਰਨ ਰੂਪ ਔਗਣ, ਈਰਖਾ ਦਵੈਖ ਰੂਪ ਮਲ ਮੂਤਰ ਵਿਆਦ ਲਗਾਈ ਹੋਈ ਹੈ। ਭਾਂਡੈ ਭਾਉ ਪਵੈ ਤਤਿਆਏ, ਤੁਰਤੈ ਛੋਡੀ ਕੀਮਤ ਪਾਏ। ਅੰਤःਕਰਨ ਰੂਪੀ ਭਾਂਡਾ ਗੁਰੂ ਦੀ ਕਿਰਪਾ ਨਾਲ ਹੀ, ਗੁਰੂ ਦੀ ਦਿੱਤੀ ਹੋਈ ਸੋਝ ਨਾਲ ਸ਼ੁੱਧ ਹੁੰਦਾ ਹੈ। ਗੁਰਦੁਆਰੇ ਹੋਏ ਸੋਝੀ ਪਾਏ ਸੀ, ਇਤ ਦੁਆਰੇ ਧੋਏ ਹੱਛਾ ਹੋਏ ਸੀ। ਦੁਆਰਾ ਤੋਂ ਭਾਵ ਦੁਆਰਾ, ਗੁਰੂਦੁਆਰਾ ਸਮਝ ਸੂਝ ਬੂਝ ਪਾਉਣਾ ਕਰੇ। ਗੁਰਾਂ ਦੁਆਰੇ ਹੋ ਕੇ ਭਾਵ ਗੁਰੂ ਦੀ ਆਗਿਆ ਰਜਾ ਵਿੱਚ ਹੋ ਕੇ ਅੰਤःਕਰਨ ਨੂੰ ਸੁੱਧ ਕਰਨ ਦੀ ਗਿਆਤ ਪ੍ਰਾਪਤ ਕਰੇ। मैले हच्छे का विचार आप वरताए सी। मैले और हच्छे का शुद्ध ਦਾ ਵਿਚਾਰ ਆਪ ਹੀ ਵਰਤ ਰਿਹਾ ਹੈ। ਭਾਵ ਮੈਲੇ ਤੋਂ ਹੱਛੇ ਸ਼ੁੱਧ ਕਰਨ ਦਾ ਵਿਚਾਰ ਆਪ ਹੀ ਗੁਰੂ ਸਰੂਪ ਹੋ ਕੇ ਵਰਤਾ ਰਿਹਾ ਹੈ। ਵੇਦਾਂ ਸ਼ਾਸਤਰਾਂ ਦੁਆਰਾ ਇਹ ਗਿਆਨ ਅੰਤःਕਰਨ ਨੂੰ ਮੈਲੇ ਤੋਂ ਸ਼ੁੱਧ ਕਰਨ ਦਾ ਆਪ ਹੀ ਵਰਤਾ ਰਿਹਾ ਹੈ। ਮਤ ਕੋ ਜਾਣੈ ਜਾਏ ਅੱਗੇ ਪਾਏ ਸੀ। ਮਤਾਂ ਜਾਣੇ ਸਮਝੇ ਕਿ ਸੁੱਖਾਂ ਦੀ ਜਗ੍ਹਾ ਨੂੰ ਮੰਦਾ ਪੁਰਸ਼ ਵੀ ਪ੍ਰਲੋਕ ਵਿੱਚ ਜਾ ਕੇ ਪਾਵੇਗਾ। ਭਾਵ ਨਹੀਂ ਪਾ ਸਕੇਗਾ, ਬਲਕਿ ਜਿਹੇ ਕਰਮ ਕਮਾਏ ਤੇਹਾ ਹੋਏ ਸੀ। ਜਿਹੋ ਜਿਹੇ ਕੋਈ ਕਰਮ ਕਰੇਗਾ ਉਹੋ ਜਿਹਾ ਉਸ ਨੂੰ ਫਲ ਪ੍ਰਾਪਤ ਹੋਵੇਗਾ। ਧ੍ਰਿਤਰਾਸ਼ਟਰ ਦੁਰਯੋਧਨ ਦਾ ਪਿਤਾ ਜਨਮ ਤੋਂ ਹੀ ਅੰਧਾ ਸੀ। ਆਪਾਂ ਇੱਕ ਪ੍ਰਮਾਣ ਦੇ ਕੇ ਆਪ ਜੀ ਨੂੰ ਸਮਝਾਉਂਦੇ ਹਾਂ। ਧ੍ਰਿਤਰਾਸ਼ਟਰ ਦੁਰਯੋਧਨ ਦਾ ਪਿਤਾ ਜੋ ਜਨਮ ਤੋਂ ਹੀ ਅੰਨਾ ਸੀ, ਜਿਸ ਵੇਲੇ ਇਸ ਦਾ 100 ਦਾ 100 ਪੁੱਤਰ ਮਹਾਭਾਰਤ ਦੇ ਯੁੱਧ ਵਿੱਚ ਮਾਰਿਆ ਗਿਆ, ਤਾਂ ਇੱਕ ਦਿਨ ਭਗਵਾਨ ਕ੍ਰਿਸ਼ਨ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਪੁੱਛਿਆ ਕਿ ਮੈਂ ਕੈਸਾ ਕਰਮਹੀਣ ਮਹਾਰਾਜਾ ਹਾਂ ਕਿ ਇੱਕ ਤਾਂ ਜਨਮ ਤੋਂ ਹੀ ਅੰਧਾ ਸੀ, ਸਾਰੀ ਉਮਰ ਅੰਧਕਾਰ ਵਿੱਚ ਬਤੀਤ ਹੋਈ, ਅੰਧੇਪਣ ਦੇ ਦੁੱਖ ਨੂੰ ਸਹਿਣ ਕਰਨ ਦਾ ਸੁਭਾਅ ਬਣ ਗਿਆ, ਪਰ 100 ਪੁੱਤਰ ਦੇ ਮਰ ਜਾਣ ਦਾ ਦੁੱਖ ਮੇਰੇ ਤੋਂ ਸਹਿਆ ਨਹੀਂ ਜਾਂਦਾ। ਭੱਠ ਤੇ ਭੁੱਜ ਰਹੇ ਦਾਣੇ ਦੀ ਤਰ੍ਹਾਂ ਮੇਰੀ ਹਾਲਤ ਹੋ ਰਹੀ ਹੈ। ਇਹ ਪਤਾ ਨਹੀਂ ਲੱਗਦਾ ਕਿ ਇਹ ਮੇਰੇ ਕਿਸ ਕਰਮ ਦੀ ਸਜ਼ਾ ਮਿਲੀ ਹੈ, ਕਿਉਂਕਿ ਇਸ ਜਨਮ ਵਿੱਚ ਮੈਂ ਇਹੋ ਜਿਹਾ ਕੋਈ ਕਰਮ ਹੀ ਨਹੀਂ ਕੀਤਾ। ਭਗਵਾਨ ਕ੍ਰਿਸ਼ਨ ਜੀ ਨੇ ਕਿਹਾ, ਹੇ ਰਾਜਨ, ਦੁੱਖ ਸੁੱਖ ਚੰਗੇ ਮੰਦੇ ਕਰਮ ਤੋਂ ਹੀ ਪੈਦਾ ਹੁੰਦੇ ਹਨ। ਇਹ ਕਦੀ ਨਹੀਂ ਹੋਇਆ ਕਿ ਮੰਦਾ ਕਰਮ ਕੀਤਾ ਨਾ ਹੋਵੇ ਤੇ ਦੁੱਖ ਮਿਲਿਆ ਹੋਵੇ।
ਇਹ ਠੀਕ ਹੈ ਕਿ ਜਨਮ ਵਿੱਚ ਐਸਾ ਕੋਈ ਕਰਮ ਨਹੀਂ ਕੀਤਾ ਜਿਸ ਦੀ ਸਜ਼ਾ ਇਹ ਪੂਰਬਲੇ ਕੀਤੇ ਕਰਮਾਂ ਦਾ ਫਲ ਹੈ। ਧ੍ਰਿਤਰਾਸ਼ਟਰ ਨੇ ਕਿਹਾ ਕਿ ਮੈਂ ਆਪਣੇ ਧਰਮ ਤਪੱਸਿਆ ਦੇ ਬਲ ਨਾਲ 100 ਜਨਮ ਦੀ ਗਿਆਤ ਰੱਖਦਾ ਹਾਂ। ਪਿਛਲੇ 100 ਜਨਮ ਵਿੱਚ ਕੋਈ ਐਸਾ ਬੁਰਾ ਕਰਮ ਹੀ ਨਹੀਂ ਕੀਤਾ ਕਿ ਪੁੱਤਰਾਂ ਦੀ ਮੌਤ ਤੇ ਅੱਖਾਂ ਤੋਂ ਅੰਨੇ ਹੋਣ ਦੀ ਸਜ਼ਾ ਮਿਲਦੀ। ਤਾਂ ਭਗਵਾਨ ਜੀ ਨੇ ਕਿਹਾ ਕਿ ਤੇਰੇ ਇਸ 100 ਜਨਮ ਤੋਂ ਪਹਿਲਾਂ ਭਾਵ 107ਵੇਂ ਜਨਮ ਵਿੱਚ ਵੇਖ ਕੇ ਤੂੰ ਅੱਕ ਤੇ ਬੈਠੇ ਟੇਢੇ ਦੀਆਂ ਅੱਖਾਂ ਵਿੱਚ ਸੂਲ ਨਾਲ ਵਿੰਨ ਕੇ ਅੱਖਾਂ ਤੋਂ ਅੰਨਾ ਕੀਤਾ ਸੀ। ਇਸ ਕਰਕੇ ਹੁਣ ਤੂੰ ਅੰਨਾ ਜਨਮਿਆ ਹੈ। ਉਸੇ ਜਨਮ ਵਿੱਚ ਤੈਨੂੰ ਮਾਸ ਖਾਣ ਦਾ ਸ਼ੌਕੀਨ ਸੀ। ਇੱਕ ਵਾਰ ਬੜੀ ਝੜੀ ਲੱਗ ਰਹੀ ਸੀ। ਤੇਰੇ ਮੀਰ ਸ਼ਿਕਾਰੀ ਨੇ ਬਾਹਰੋਂ ਸ਼ਿਕਾਰ ਲਿਆਉਣ ਦੀ ਬਜਾਏ ਮਹਿਲਾਂ ਵਿੱਚ ਹੰਸਾਂ ਦੇ 100 ਬੱਚੇ ਸਨ, ਜਿਨ੍ਹਾਂ ਵਿੱਚੋਂ ਇੱਕ ਬੱਚਾ ਮਾਰ ਕੇ ਉਸ ਦਾ ਮਾਸ ਖਵਾ ਦਿੱਤਾ। ਰਾਜਨ, ਤੈਨੂੰ ਬਹੁਤ ਹੀ ਜ਼ਿਆਦਾ ਸਵਾਦ ਲੱਗਾ। ਤੂੰ ਆਪਣੇ ਮੀਰ ਸ਼ਿਕਾਰੀ ਨੂੰ ਕਿਹਾ ਕਿ ਇਸ ਜਾਨਵਰ ਦਾ ਹੀ ਮਾਸ ਲਿਆਇਆ ਕਰ, ਤੇ ਸਾਨੂੰ ਬੜਾ ਹੀ ਸਵਾਦ ਲੱਗਦਾ ਹੈ। ਤੇ 100 ਦਿਨ ਵਿੱਚ 100 ਬੱਚਾ ਮਾਰ ਕੇ ਤੇਰੇ ਮੀਰ ਸ਼ਿਕਾਰ ਨੇ ਖਵਾ ਦਿੱਤਾ। ਜਦੋਂ ਹੰਸ ਮਾਨ ਸਰੋਵਰ ਤੋਂ ਵਾਪਸ ਆਏ, ਵੇਖਿਆ ਕਿ ਸਾਡੇ ਬੱਚਿਆਂ ਵਿੱਚੋਂ ਇੱਕ ਵੀ ਬੱਚਾ ਨਹੀਂ, ਬਲਕਿ ਉਹਨਾਂ ਬੱਚਿਆਂ ਦੀਆਂ ਹੱਡੀਆਂ ਖਿਲਰੀਆਂ ਪਈਆਂ ਵੇਖ ਕੇ ਉਹਨਾਂ ਨੇ ਕਿਹਾ, ਸਾਡੇ ਬੱਚਿਆਂ ਦਾ ਮਾਸ ਜਿਸ ਪਾਪ ਆਤਮਾ ਨੇ ਜੀਵ ਦੇ ਸਵਾਦ ਵਾਸਤੇ ਖਾਧਾ ਹੈ, ਸਾਡੇ ਪੁੱਤਰਾਂ ਦੀ ਜਗ੍ਹਾ ਜਾਨ ਗਵਾ ਦਿੱਤੀ ਹੈ ਤੇ ਸਾਨੂੰ ਸੰਤਾਪ ਵਿਛੋੜੇ ਦਾ ਦੁੱਖ ਦਿੱਤਾ ਹੈ। ਹੇ ਪ੍ਰਮਾਤਮਾ, ਤੇਰਾ 100 ਪੁੱਤਰ ਇਸੇ ਤਰ੍ਹਾਂ ਮਰੇ, ਸਾਡੀ ਤਰ੍ਹਾਂ ਤੂੰ ਵੀ ਸੰਤਾਨ ਵਿਛੋੜੇ ਦਾ ਦੁੱਖ ਭੋਗੇ। ਤੇ ਭਗਵਾਨ ਕ੍ਰਿਸ਼ਨ ਜੀ ਨੇ ਕਿਹਾ ਕਿ ਤੇਰੇ ਪੁੰਨ ਬਹੁਤੇ ਹੋਣ ਕਰਕੇ ਇਸ ਪਾਪ ਕਰਮ ਨੂੰ ਭੋਗਣ ਦੀ ਵਾਰੀ ਨਾ ਆਈ। ਹੁਣ ਪੁੰਨ ਪੂਰੇ ਹੋਣ ਕਰਕੇ ਇਸ ਜਨਮ ਵਿੱਚ ਭਾਵ ਕਿ 107ਵੇਂ ਜਨਮ ਵਿੱਚ ਉਹਨਾਂ ਦੋਨੋਂ ਪਾਪ ਕਰਮਾਂ ਦਾ ਫਲ ਟਿੱਡੇ ਦੀਆਂ ਅੱਖਾਂ ਭੰਨਣ ਤੋਂ, ਅੰਨੇ ਹੋਣ ਦਾ ਦੁੱਖ ਤੇ ਹੰਸਾਂ ਦੇ 100 ਬੱਚਿਆਂ ਨੂੰ ਮਾਰ ਕੇ ਖਾਣ ਦਾ ਤੇ 100 ਪੁੱਤਰਾਂ ਦੇ ਵਿਛੋੜੇ ਦਾ ਦੁੱਖ ਸਹਿਣਾ ਪਿਆ। ਸਤਿਗੁਰੂ ਜੀ ਪ੍ਰਮਾਣ ਬਖਸ਼ਦੇ ਹਨ, ਪੁੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਣਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਅੰਮ੍ਰਿਤ ਹਰਿ ਕਾ ਨਾਉ ਆਪ ਵਰਤਾਏ ਸੀ। ਵਾਹਿਗੁਰੂ ਦਾ ਨਾਮ ਜੋ ਅੰਮ੍ਰਿਤ ਸਰੂਪ ਹੈ, ਉਸਦਾ ਵਰਤਾਰਾ ਆਪ ਹੀ ਗੁਰੂ ਸਰੂਪ ਹੋ ਕੇ ਵਰਤਾਉਂਦਾ ਹੈ। ਵਾਹਿਗੁਰੂ ਦਾ ਜੋ ਨਾਮ ਅੰਮ੍ਰਿਤ ਹੈ, ਉਸਨੂੰ ਆਪ ਜਪਦਾ ਹੈ ਤੇ ਹੋਰਨਾਂ ਨੂੰ ਜਪਾਉਣ ਰੂਪ ਵਰਤਾਉਂਦਾ ਹੈ। ਚੱਲਿਆ ਪਾਛ ਜਨਮ ਸਵਾਰ ਵਾਜਾ ਵਾਏ ਸੀ। ਉਹ ਪੁਰਸ਼ ਇੱਜ਼ਤ ਨਾਲ ਮਨੁੱਖਾ ਜਨਮ ਨੂੰ ਸਫਲਾ ਕਰਕੇ ਪ੍ਰਲੋਕ ਨੂੰ ਤੁਰਿਆ ਹੈ ਤੇ ਇਹਦੇ ਪਿੱਛੋਂ ਜਸ ਰੂਪੀ ਵਾਜਾ ਵੱਜਦਾ ਹੈ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਸਤਿਗੁਰੂ ਜੀ ਪ੍ਰਮਾਣ ਦੇ ਕੇ ਸਮਝਾਉਂਦੇ ਹਨ, ਮਾਨਸ ਕਿਆ ਵਿਚਾਰਾ ਤਿਹ ਲੋਕ ਸੁਣਾਏ ਸੀ। ਇਹ ਮਨੁੱਖ ਤਾਂ ਵਿਚਾਰਾ ਕੀ ਹੈ ਤੇ ਪ੍ਰਭੂ ਆਪ ਉਸ ਦੇ ਜਸ ਰੂਪੀ ਵਾਜੇ ਨੂੰ ਤਿੰਨਾਂ ਲੋਕਾਂ ਵਿੱਚ ਸੁਣਾਏਗਾ। ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ। ਸਤਿਗੁਰੂ ਜੀ ਫਰਮਾਨ ਕਰਦੇ ਹਨ ਕਿ ਗੁਰਮੁਖ ਜਨਮ ਮਰਨ ਦੇ ਦੁੱਖ ਤੋਂ ਰਹਿਤ ਹੋ ਕੇ ਮੁਕਤ ਰੂਪ ਹੁੰਦਾ ਹੈ ਅਤੇ ਸਭ ਕੁੱਲਾਂ ਨੂੰ ਤਾਰਦਾ ਹੈ। ਆਪ ਤਰਿਆ ਕੁਲ ਜਗਤ ਤਰਾਇਆ, ਧਨ ਜਣੇਂਦੀ ਮਾਇਆ। ਸਤਿਗੁਰੂ ਜੀ ਫਰਮਾਨ ਦੇ ਕੇ ਸਮਝਾਉਂਦੇ ਹਨ ਕਿ ਆਪ ਤਰ ਜਾਂਦਾ ਹੈ ਅਤੇ ਆਪਦੀ ਕੁੱਲ ਨੂੰ ਵੀ ਤਾਰ ਲੈਂਦਾ ਹੈ। ਸੋਹੀ ਮਹੱਲਾ ਚੌਥਾ। ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੈ ਰੰਗ। ਇਹ ਅੰਮ੍ਰਿਤ ਬਚਨ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ।
ਹਰੇਕ ਨਾਮਾਂ ਵਿੱਚੋਂ ਤੇ ਹਰੇਕ ਰੰਗਾਂ ਵਿੱਚੋਂ ਹਰੀ ਦੇ ਨਾਮ ਦਾ ਗੂੜਾ ਮਜੀਠੀ ਰੰਗ ਹੈ। ਸੰਸਾਰ ਦੇ ਹਰੇਕ ਕਿਸਮ ਦੇ ਰੰਗਾਂ ਵਿੱਚੋਂ ਜੋ ਹਰੀ ਨਾਮ ਰੂਪ ਮਜੀਠਾ ਰੰਗ ਹੈ, ਭਾਵ ਪੱਕਾ ਰੰਗ ਹੈ, ਉਸ ਵਿੱਚ ਆਪਣੇ ਮਨ ਰੂਪ ਕੱਪੜੇ ਨੂੰ ਰੰਗਣਾ ਕਰ। ਇਸ ਮੁੱਖ ਵਾਕ ਦੀ ਪਹਿਲੀ ਤੁਕ ਵਿੱਚ ਰਹਾਉ ਦੀ ਤੁਕ ਤੱਕ ਜੋ ਸਿਧਾਂਤ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਇਸ ਗੂੜ ਗਿਆਨ ਨੂੰ ਸਮਝਣ ਵਾਸਤੇ ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਬਾਹਰ ਦੁਨਿਆਵੀ ਰੰਗਾਂ ਦਾ ਪ੍ਰਮਾਣ ਦੇ ਕੇ ਰੂਪਕ ਅਲੰਕਾਰ ਦੁਆਰਾ ਅੰਦਰਲੇ ਨਾਮ ਰੰਗ ਦੀ ਗੱਲ ਸਮਝਾਈ ਹੈ ਕਿ ਨਾਮ ਰੰਗ ਵਰਗਾ ਸੰਸਾਰ ਦੇ ਨਾਨਾ ਰੰਗਾਂ ਵਿੱਚ ਕੋਈ ਵੀ ਰੰਗ ਇਸ ਰੰਗ ਵਰਗਾ ਨਹੀਂ ਹੋ ਸਕਦਾ। ਜਦੋਂ ਰੰਗ ਦਾ ਪ੍ਰਮਾਣ ਸਮਝਿਆ ਜਾਏ ਤਾਂ ਕੇਵਲ ਰੰਗ ਹੀ ਨਹੀਂ, ਹੋਰ ਵੀ ਰੰਗ ਨਾਲ ਸੰਬੰਧਿਤ ਵਸਤੂਆਂ ਦੀ ਲੋੜ ਹੈ। ਰੰਗ ਇੱਕ ਦੁਨਿਆਵੀ ਪ੍ਰਮਾਣ ਹੈ। ਜਿੱਥੇ ਰੰਗ ਹੈ ਉਸ ਨਾਲ ਲਲਾਰੀ ਦੀ ਪੱਠੀ ਵੀ ਹੈ। ਲਲਾਰੀ ਕੋਲ ਦੋ ਤਰ੍ਹਾਂ ਦਾ ਰੰਗ, ਕੱਚਾ ਤੇ ਪੱਕਾ, ਜਿਸ ਨੂੰ ਪੁਰਾਤਨ ਭਾਸ਼ਾ ਵਿੱਚ ਕਸੁੰਭਾ ਤੇ ਮਜੀਠਾ ਰੰਗ ਕਿਹਾ ਜਾਂਦਾ ਸੀ। ਅਤੇ ਕਸੁੰਭਾ ਰੰਗ ਦੁਨਿਆਵੀ ਪਦਾਰਥਾਂ ਦਾ ਪ੍ਰਮਾਣ ਰੂਪ ਹੈ। ਮਜੀਠਾ ਰੰਗ ਭਗਤੀ ਰੂਪ ਗੂੜੇ ਰੰਗ ਨੂੰ ਕਿਹਾ ਜਾਂਦਾ ਹੈ। ਕੱਪੜੇ ਨੂੰ ਗੂੜਾ ਰੰਗ ਚਾੜਨ ਵਾਸਤੇ ਲਲਾਰੀ ਦੀ ਇੱਕ ਰੀਤ ਸੀ ਕਿ ਫਟਕੜੀ ਪਾਣੀ ਵਿੱਚ ਘੋਲ ਕੇ ਕੋਰੇ ਕੱਪੜੇ ਨੂੰ ਫਟਕੜੀ ਦਾ ਪਾ ਦੇਣਾ, ਤੇ ਜਿਸ ਤੇ ਥੋੜੀ ਬਹੁਤੀ ਵੀ ਮੈਲ ਹੁੰਦੀ ਸੀ ਉਹ ਨਿਕਲ ਕੇ ਕੱਪੜਾ ਮੈਲ ਰਹਿਤ ਹੋ ਕੇ ਰੰਗਣ ਦੇ ਯੋਗ ਹੋ ਜਾਂਦਾ, ਜਿਸ ਦਾ ਪ੍ਰਮਾਣ ਨਾਨਕ ਪਾਹੈ ਬਾਹਰਾ ਕੋਰਾ ਰੰਗ ਨਾ ਸੋਏ। ਇਸ ਕਰਕੇ ਕਿਸੇ ਵੀ ਕੋਰੇ ਵਸਤਰ ਨੂੰ ਰੰਗ ਨਹੀਂ ਚੜਿਆ ਕਰਦਾ ਸਾਧ ਸੰਗਤ। ਇਸ ਲਈ ਰੰਗ ਚਾੜਨ ਵਾਸਤੇ ਪਹਿਲੇ ਪਾ ਦੇਣਾ ਹੀ ਪੈਂਦਾ ਹੈ। ਰੰਗ ਦੀ ਵਿਚਾਰ ਨੂੰ ਹੋਰ ਸਮਝੀਏ ਤਾਂ ਇੱਕ ਉਹ ਵੀ ਰੰਗ ਹੁੰਦਾ ਹੈ ਜਿਹੜਾ ਥੋੜਾ ਜਿਹਾ ਪਾਣੀ ਲੱਗਣ ਨਾਲ, ਥੋੜੀ ਜਿਹੀ ਧੁੱਪ ਲੱਗਣ ਨਾਲ ਆਪਣੀ ਹੋਂਦ ਖਤਮ ਕਰ ਬੈਠਦਾ ਹੈ। ਕੱਚਾ ਰੰਗ ਕਸੁੰਭ ਕਾ, ਥੋੜੜਿਆਂ ਦਿਨ ਚਾਰ ਜਿਓ। ਕਸੁੰਭ ਪਦ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ। ਸੰਗਿਆ ਸਿੱਖ, ਅੱਗ ਦੀ ਸ਼ਿਖਾ, ਲਾਟ, ਜਿਸ ਦਾ ਫੁੱਲ ਅੱਗ ਦੀ ਲਾਟ ਵਰਗਾ ਹੁੰਦਾ ਹੈ। ਐਸਾ ਇੱਕ ਬੂਟਾ ਤੇ ਇਸ ਦੇ ਫੁੱਲ ਦੀਆਂ ਕੇਸਰ ਜਿਹੀਆਂ ਤੁਰੀਆਂ। ਇਸ ਦਾ ਲਾਲ ਰੰਗ ਬਹੁਤ ਭੜਕੀਲਾ ਹੁੰਦਾ ਹੈ, ਪਰ ਧੁੱਪ ਅਤੇ ਜਲ ਨਾਲ ਤੁਰੰਤ ਫਿੱਕਾ ਪੈ ਜਾਂਦਾ ਹੈ। ਗੁਰਬਾਣੀ ਵਿੱਚ ਮਾਇਕ ਪਦਾਰਥਾਂ ਦੇ ਚਮਤਕਾਰ ਕਸੁੰਭ ਰੰਗ ਜਿਹੇ ਵਰਣਨ ਕੀਤੇ ਹਨ। ਇਸ ਦੇ ਫੁੱਲਾਂ ਦੀਆਂ ਤੁਰਨ ਲੈ ਕੇ ਕੱਪੜਿਆਂ ਨੂੰ ਲਾਲ ਸੂਹਾ ਰੰਗ ਦਿੱਤਾ ਜਾਂਦਾ ਹੈ। ਇਹ ਰੰਗ ਭਾਵੇਂ ਕਾਫੀ ਤੇਜ਼ ਹੁੰਦਾ ਹੈ ਅਤੇ ਸੋਹਣਾ ਵੀ ਬਹੁਤ ਲੱਗਿਆ ਕਰਦਾ ਹੈ, ਪਰ ਇਸ ਵਿੱਚ ਕੱਚਾਪਣ ਇਤਨਾ ਕਹਿ ਥੋੜੀ ਜਿਹੀ ਧੁੱਪ ਦੇ ਸੇਕ ਨੂੰ ਨਾ ਸਹਾਰਦਾ ਹੋਇਆ ਦੂਜਾ ਪਾਣੀ ਦੀ ਥੋੜੀ ਜਿਹੀ ਸਪਰਸ਼ਤਾ ਨਾਲ ਤੁਰੰਤ ਫਿੱਕਾ ਪੈ ਜਾਂਦਾ ਹੈ। ਭਾਵ ਹੱਥ ਨਾ ਲਾਏ ਕਸੁੰਭੜੈ ਜਲ ਜਾਸੀ ਢੋਲਾ। ਫਰੀਦ ਸਾਹਿਬ ਜੀ ਇੱਥੇ ਕਸੁੰਭੇ ਰੰਗ ਦੇ ਪਦ ਨੂੰ ਦੋ ਭਾਵ ਲੈ ਕੇ ਵਰਤ ਰਹੇ ਹਨ। ਢੋਲਾ, ਹੈ ਪਿਆਰੇ, ਕਸੁੰਭੇ ਦਾ ਰੰਗ ਇਤਨਾ ਕੱਚਾ ਹੈ ਕਿ ਧੁੱਪ ਤੇ ਪਾਣੀ ਨਾਲ ਜਾਇਆ ਭਾਵ ਖਾਤਮ ਹੋ ਜਾਂਦਾ ਹੈ। ਜੇ ਤੂੰ ਇਸ ਨਾਲ ਪ੍ਰੇਮ ਲਾਵੇਂਗਾ, ਜਦੋਂ ਰੰਗ ਉੱਡ ਗਿਆ ਤਾਂ ਤੇਰੇ ਹੱਥ ਕੁਝ ਵੀ ਨਹੀਂ ਆਵੇਗਾ। ਤੇ ਦੂਸਰਾ ਭਾਵ ਫਰੀਦ ਜੀ ਕਸੁੰਭੇ ਦਾ ਅਗਨੀ ਲੈਂਦੇ ਹਨ, ਕਿਉਂਕਿ ਦੇਸ਼ ਦੇ ਇੱਕ ਹਿੱਸੇ ਵਿੱਚ ਅਗਨੀ ਨੂੰ ਕਸੁੰਭਾ ਕਿਹਾ ਜਾਂਦਾ ਹੈ। ਇਸ ਲਈ ਅਰਥ ਸਿੱਧ ਹੋਇਆ ਹੈ ਕਿ ਹੇ ਪਿਆਰੇ, ਵਿਸ਼ਿਆਂ ਰੂਪ ਅਗਨੀ ਨੂੰ ਜੇ ਮਨ ਰੂਪੀ ਹੱਥ ਲਗਾਵੇਂਗਾ ਤਾਂ ਦਗਧ ਹੋ ਜਾਵੇਂਗਾ। ਇਸ ਲਈ ਇਸ ਕੱਚੇ ਰੰਗ ਤੋਂ ਬਚਣ ਦੀ ਗੱਲ ਥਾਂ ਥਾਂ ਤੇ ਕੀਤੀ ਗਈ ਹੈ। ਇਸ ਤੋਂ ਉਲਟ ਜੋ ਗੁਰੂ ਰੂਪ ਲਿਲਾਰੀ ਕੋਲ ਮਜੀਠ ਦੇ ਰੰਗ ਵਾਂਗ ਪੱਕਾ ਨਾਮ ਦਾ ਰੰਗ ਹੈ, ਭਾਵ ਇੱਕ ਕਿਸਮ ਦਾ ਗੂੜਾ ਰੰਗ ਜੋ ਮਜੀਠ ਨਾਂ ਦੀ ਵੇਲ ਵਿੱਚੋਂ ਤਿਆਰ ਕੀਤਾ ਜਾਂਦਾ ਹੈ। ਇਸ ਬਾਰੇ ਪ੍ਰਸਿੱਧੀ ਹੈ ਕਿ ਧੋਣ ਨਾਲ ਉਤਰਦਾ ਨਹੀਂ। ਰਹੱਸਵਾਦੀ ਸੰਤਾਂ ਨੇ ਪ੍ਰਭੂ ਪਿਆਰ ਨੂੰ ਮਜੀਠ ਦੇ ਰੰਗ ਨਾਲ ਤੁਲਨਾ ਦਿੱਤੀ ਹੈ। ਜਗਤ ਮੋਹ ਨੂੰ ਕਸੁੰਭੇ ਨਾਲ, ਸਤਿਗੁਰੂ ਨਾਮ ਨੂੰ ਮਜੀਠੀ ਰੰਗ ਕਹਿ ਕੇ
ਇਉਂ ਸਲਾਉਂਦੇ ਹਨ ਤੇਰਾ ਏਕੋ ਨਾਮ ਮਜੀਠੜਾ, ਰਤਾ ਮੇਰਾ ਚੋਲੜਾ ਸਦਰੰਗ ਢੋਲਾ। ਹੁਣ ਸਤਿਗੁਰੂ ਜੀ ਸ਼ਬਦ ਦੀ ਪਹਿਲੀ ਤੁਕ ਉਚਾਰਨ ਕਰਦੇ ਹਨ। ਗੁਰ ਤੁਠੈ ਹਰ ਰੰਗ ਚਾੜਿਆ, ਫਿਰ ਬਹੁੜ ਨ ਹੋਈ ਭੰਗ। ਸਤਿਗੁਰਾਂ ਨੇ ਪ੍ਰਸੰਨ ਹੋ ਕੇ ਜਿਸ ਜਗਿਆਸੂ ਦੇ ਮਨ ਰੂਪੀ ਬਸਤਰ ਨੂੰ ਨਾਮ ਰੂਪੀ ਰੰਗ ਚਾੜਿਆ ਹੈ, ਮੁੜ ਫਿਰ ਉਸ ਦੇ ਰੂਹਾਨੀਅਤ ਕੰਮ ਵਿੱਚ ਕੋਈ ਵਿਘਨ ਨਹੀਂ ਹੁੰਦਾ। ਸੋ ਗੁਰੂ ਰੂਪ ਲਲਾਰੀ, ਸਤਸੰਗ ਰੂਪ ਮੱਟੀ ਵਿੱਚ, ਵੈਰਾਗ ਰੂਪ ਪਾਣੀ ਤੇ ਨਾਮ ਰੂਪ ਰੰਗ ਪਾ ਕੇ, ਕਾਮ ਕ੍ਰੋਧ ਦੀਆਂ ਲੱਕੜਾਂ ਬਾਲ ਕੇ, ਜਪ ਤਪ ਰੂਪੀ ਸੇਕ ਦੇ ਕੇ ਸੋਹਣਾ ਤੇ ਪੱਕਾ ਨਾਮ ਰੂਪ ਰੰਗ ਚਾੜ ਦਿੰਦੇ ਹਨ। ਪਰ ਇਸ ਤੋਂ ਪਹਿਲਾਂ ਜਗਿਆਸੂ ਦੇ ਅੰਤਸ਼ਕਰਨ ਰੂਪ ਬਸਤਰ ਨੂੰ, ਜੋ ਰਾਗ ਦਵੈਸ਼ ਰੂਪ ਮੈਲ ਲੱਗੀ ਹੈ, ਉਸ ਮੈਲ ਨੂੰ ਨਿਸ਼ਕਾਮ ਕਰਮਾਂ ਦੇ ਜਲ ਨਾਲ ਧੋ ਸ਼ੁੱਧ ਕਰਕੇ ਗੁਰੂ ਨੂੰ ਸੌਂਪਣਾ ਕਰੀਏ। ਫਿਰ ਨਾਮ ਰੂਪ ਰੰਗ ਚੜ੍ਹੇਗਾ। ਮਨ ਰੂਪ ਵਸਤਰ ਨੂੰ ਵਾਹਿਗੁਰੂ ਦੇ ਭੈ ਵਿੱਚ ਰਹਿਣ ਰੂਪ ਖੁੰਭ ਤੇ ਚੜਾਉਣਾ ਕਰੋ। ਮੰਦੇ ਕਰਮਾਂ ਤੋਂ ਲੱਜਿਆ ਕਰਨੀ। ਇਸ ਸਰੀਰ ਨੂੰ ਸੂਖਮ ਸਰੀਰ ਮਨ ਨੂੰ ਪਾ ਦਈਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੇਕਰ ਭਗਤੀ ਰੂਪ ਮਜੀਠੇ ਰੰਗ ਵਿੱਚ ਰੰਗਿਆ ਜਾਵੇ ਤਾਂ ਮਨ ਨੂੰ ਝੂਠ ਦੀ ਲੇਸ ਵੀ ਨਹੀਂ ਲੈਂਦੀ। ਖੁੰਭ ਧੋਬੀ ਦਾ ਉਹ ਬਰਤਨ ਜਿਸ ਵਿੱਚ ਖਾਰ ਨਾਲ ਮਿਲਿਆ ਪਾਣੀ ਪਾ ਕੇ ਉਹ ਉੱਪਰ ਵਸਤਰ ਚਿਣ ਕੇ ਤੇਜ਼ ਭਾਫ ਦਿੰਦਾ ਹੈ, ਜਿਸ ਤੋਂ ਮੈਲ ਅਲੱਗ ਹੋ ਜਾਂਦੀ ਹੈ। ਇੱਥੇ ਜੋ ਬਸਤਰ ਨੂੰ ਮੈਲ ਰਹਿਤ ਕਰਕੇ, ਅੰਤਸ਼ਕਰਨ ਨੂੰ ਮੈਲ ਰਹਿਤ ਕਰਕੇ ਬਾਹਰ ਜਾਂ ਅੰਤਰੀਵ ਰੰਗ ਚਾੜਨ ਦੀ ਗੱਲ ਕੀਤੀ ਹੈ, ਉਸ ਤੋਂ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਜੋ ਮੈਲ ਹੈ ਉਹ ਭਾਵੇਂ ਕਿਸੇ ਕਿਸਮ ਦੀ ਹੋਵੇ, ਹਰ ਵਸਤੂ ਦੀ ਮੈਲ ਉਸੇ ਵਸਤੂ ਲਈ ਇਤਨੀ ਹਾਨੀਕਾਰਕ ਹੈ ਕਿ ਉਸੇ ਵਸਤੂ ਦੀ ਸ਼ਕਤੀ ਨੂੰ ਨਸ਼ਟ ਕਰ ਦਿੰਦੀ ਹੈ। ਲੋਹੇ ਦੀ ਮੈਲ ਲੋਹੇ ਨੂੰ ਕਮਜ਼ੋਰ, ਸ਼ਕਤੀਹੀਣ ਕਰਕੇ ਰੱਖ ਦਿੰਦੀ ਹੈ। ਬਸਤਰ ਦੀ ਮੈਲ ਬਸਤਰ ਦੀ ਸ਼ਕਤੀ ਨੂੰ ਨਸ਼ਟ ਕਰ ਦਿੰਦੀ ਹੈ। ਮੈਲ ਕੇਵਲ ਵਸਤੂ ਦੀ ਸ਼ਕਤੀ ਨੂੰ ਹੀ ਨਹੀਂ ਨਸ਼ਟ ਕਰਦੀ, ਬਲਕਿ ਉਸਦੇ ਰੂਪ ਨੂੰ ਵੀ ਵਿਗਾੜ ਦਿਆ ਕਰਦੀ ਹੈ। ਇਸੇ ਤਰ੍ਹਾਂ ਮਨ ਦੀ ਮੈਲ ਨੇ ਮਨ ਨੂੰ ਕਮਜ਼ੋਰ ਹੀ ਨਹੀਂ ਕੀਤਾ, ਸਗੋਂ ਮਨ ਦੀ ਸ਼ਕਲ ਵੀ ਵਿਗਾੜ ਦਿੱਤੀ ਹੈ। ਵਿਗੜੇ ਹੋਏ ਮਨ ਦਾ ਹਰ ਕਰਤੱਵ, ਹਰ ਸੋਚ ਵਿਗਾੜ ਰੂਪ ਹੋਇਆ ਕਰਦੀ ਹੈ। ਮਨ ਦੀ ਮੈਲ ਦਾ ਨਾਮ ਗੁਰਬਾਣੀ ਅਤੇ ਧਰਮ ਸ਼ਾਸਤਰਾਂ ਵਿੱਚ ਜਿੱਥੇ ਰਾਗ ਦਵੈਖ ਹੈ, ਉੱਥੇ ਹਉਮੈ ਨੂੰ ਵੀ ਮਨ ਦੀ ਸਭ ਤੋਂ ਖਤਰਨਾਕ ਮੈਲ ਮੰਨਿਆ ਗਿਆ ਹੈ। ਸੋ ਇੱਥੇ ਤੱਕ ਅੱਜ ਆਪਾਂ ਨੇ 2 ਸ਼ਬਦਾਂ ਦੀ ਵਿਚਾਰ ਕੀਤੀ ਹੈ, ਤੇ ਜਿਹੜਾ ਹੁਣ ਆਪਾਂ ਸ਼ਬਦ ਸ਼ੁਰੂ ਕੀਤਾ ਇਸ ਦੀ ਵਿਚਾਰ ਆਪਾਂ ਕੱਲ ਦੇ ਦੀਵਾਨ ਵਿੱਚ ਕਰਾਂਗੇ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ, ਜਿਸ ਸੰਗਤਾਂ ਨੇ ਲਾਈਵ ਕਥਾ ਸਰਵਣ ਕੀਤੀ ਹੈ ਤੇ ਜਿਹੜੀਆਂ ਸੰਗਤਾਂ ਦਰਬਾਰ ਸਾਹਿਬ ਵਿੱਚ ਬੈਠ ਕਰਕੇ ਸਰਵਣ ਕਰ ਰਹੀਆਂ ਹਨ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ। ਸਾਰੀ ਸੰਗਤ ਵੱਧ ਤੋਂ ਵੱਧ ਇਹ ਕਥਾ ਸ਼ੇਅਰ ਕਰਿਆ ਕਰੋ ਤਾਂ ਕਿ ਸੰਗਤਾਂ ਲਾਹੇ ਪ੍ਰਾਪਤ ਕਰ ਸਕਣ ਜੀ। ਆਪਣਾ ਫੇਸਬੁੱਕ ਪੇਜ ਹੈ ਸੰਤ ਆਸ਼ਰਮ ਮਲੇਸ਼ੀਆ ਵਾਲੇ, ਤੇ YouTube ਚੈਨਲ ਹੈ ਸੰਤ ਆਸ਼ਰਮ ਮਲੇਸ਼ੀਆ TV, ਤੇ ਆਪ ਜੀ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਆਪ ਜੀਆਂ ਨੂੰ ਜੋ ਅਸੀਂ ਨਵੀਂ ਕਥਾ ਜੋ ਦੀਵਾਨ ਲਾਈਵ ਕਰਦੇ ਹਾਂ ਆਪ ਜੀ ਨੂੰ ਨੋਟੀਫਿਕੇਸ਼ਨ ਪਹੁੰਚ ਸਕੇ ਜੀ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਫੇਸਬੁੱਕ ਪੇਜ ਨੂੰ ਲਾਈਕ ਕਰੋ ਅਤੇ ਇਸ ਕਥਾ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਸੰਗਤਾਂ ਲਾਹੇ ਪ੍ਰਾਪਤ ਕਰ ਸਕਣ ਜੀ। ਬੋਲਦਿਆਂ ਵਿਚਾਰਦਿਆਂ ਅਨੇਕਾਂ ਗਲਤੀਆਂ ਮਾਫ। ਬੁਲਾਓ ਫਤਿਹ ਸਾਹਿਬ ਆਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।